ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਹਣ ਦੇ ਦੱਖਣ ਪੱਛਮ ਵੱਲ ਇੱਕ ਛੋਟੀ ਜਿਹੀ ਸੁਤੰਤਰ ਰਿਆਸਤ ਰਾਏਪੁਰ ਸੀ। ਰਿਆਸਤ ਦਾ ਰਾਜਾ ਮਰ ਚੁੱਕਾ ਸੀ ਤੇ ਵਿਧਵਾ ਰਾਣੀ ਸੀ। ਉਹ ਦਲੇਰ ਤੇ ਬਹਾਦਰ ਸਿਆਣੀ ਰਾਣੀ ਸੀ। ਆਪ ਮਰਦਾਂ ਵਾਂਗ ਸੁਤੰਤਰ ਰਾਜ ਕਰਦੀ ਸੀ। ਉਸ ਦੇ ਸਲਾਹਕਾਰ ਵਜ਼ੀਰ ਸਨ। ਉਹ ਵਜ਼ੀਰ ਹਿੰਦੂ ਧਰਮੀ ਤੇ ਬੁੱਤ ਪੂਜਾ ਕਰਨ ਵਾਲੇ ਸਨ। ਰਾਣੀ ਦੇ ਰਾਜ ਵਿੱਚ ਇੱਕ ਉਹਦੀ ਦਾਸੀ ਸੀ। ਉਹ ਗੁਰੂ ਘਰ ਦੀ ਪ੍ਰੇਮਣ ਸੀ। ਉਸਨੇ ਰਾਣੀ ਜੀ ਪਾਸ ਗੁਰੂ ਜੀ ਦੀ ਬਹੁਤ ਉਪਮਾ ਕੀਤੀ। ਨਾਲ ਹੀ ਗੁਰਬਾਣੀ ਦੇ ਕਈ ਸ਼ਬਦ ਸੁਣਾਏ। ਬਾਣੀ ਨੂੰ ਸਰਵਣ ਕਰਕੇ ਅਤੇ ਸਤਿਗੁਰੂ ਜੀ ਦਾ ਜਸ ਸੁਣ ਕੇ ਰਾਣੀ ਦੇ ਮਨ ਵਿੱਚ ਗੁਰੂ ਘਰ ਵਾਸਤੇ ਸ਼ਰਧਾ ਤੇ ਪ੍ਰੀਤ ਉਤਪੰਨ ਹੋ ਗਈ। ਉਸ ਦੀ ਇੱਛਾ ਹੋਈ ਕਿ ਸਤਿਗੁਰੂ ਜੀ ਦੇ ਦਰਸ਼ਨ ਕਰੇ। ਮਾਈ ਨੇ ਰਾਣੀ ਨੂੰ ਇਹ ਵੀ ਜਾਚ ਦੱਸੀ ਕਿ ਜੇਕਰ ਇੱਕ ਚਿੱਤ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਸਤਿਗੁਰੂ ਜੀ ਜ਼ਰੂਰ ਦਰਸ਼ਨ ਦਿੰਦੇ ਹਨ। ਉਸ ਦੀਆਂ ਗੱਲਾਂ ਤੋਂ ਪ੍ਰੇਰਨਾ ਲੈ ਕੇ ਰਾਣੀ ਸਵੇਰੇ ਤੇ ਸ਼ਾਮ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਲਿਵ ਜੋੜ ਕੇ ਸਾਹਿਬਾਂ ਨੂੰ ਯਾਦ ਕਰਨ ਲੱਗੀ। ਭੰਗਾਣੀ ਦੇ ਯੁੱਧ ਵੇਲੇ ਰਾਜਿਆਂ ਦੇ ਕਹਿਣ ਤੇ ਵੀ ਰਾਣੀ ਨੇ ਆਪਣੀ ਫੌਜ ਸਤਿਗੁਰੂ ਜੀ ਦੇ ਵਿਰੁੱਧ ਲੜਨ ਵਾਸਤੇ ਨਹੀਂ ਸੀ ਭੇਜੀ। ਰਾਜੇ ਗੁੱਸੇ ਹੋ ਗਏ ਸਨ। ਇਸ ਨੇ ਰਾਜਿਆਂ ਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਉਹ ਇਹੋ ਕਹਿੰਦੀ ਰਹੀ, ਸਤਿਗੁਰੂ ਜੀ ਦੀ ਮਿਹਰ ਨਾਲ ਸਾਰੇ ਦੁਸ਼ਮਣ ਨਸ਼ਟ ਹੋ ਜਾਣਗੇ। ਮੇਰਾ ਰਾਖਾ ਅਕਾਲ ਪੁਰਖ ਹੈ। ਜੇ ਅਕਾਲ ਪੁਰਖ ਦੀ ਅੱਖ ਸੁਵੱਲੀ ਰਹੇ ਤਾਂ ਕੋਈ ਚਿੰਤਾ ਨਹੀਂ। ਭੰਗਾਣੀ ਦੇ ਯੁੱਧ ਪਿੱਛੋਂ ਉਸ ਨੂੰ ਖਬਰਾਂ ਆਈਆਂ ਕਿ ਉਹਦੇ ਰਾਜ ਵਿੱਚੋਂ ਦੀ ਲੰਘ ਕੇ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣਗੇ। ਇਸ ਖਬਰ ਨੇ ਰਾਣੀ ਨੂੰ ਪ੍ਰਸੰਨ ਕਰ ਦਿੱਤਾ ਸੀ। ਉਸ ਨੂੰ ਚਾਅ ਚੜ੍ਹ ਗਿਆ ਸੀ। ਉਸਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸਮਾਂ ਬਖਸ਼ਿਆ ਸੀ। ਉਸਨੇ ਸਤਿਗੁਰੂ ਜੀ ਦੇ ਦਰਸ਼ਨ ਤੇ ਸੇਵਾ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਪਰਮਾਤਮਾ ਨੇ, ਪ੍ਰਭੂ ਮਾਲਕ ਨੇ ਉਸ ਦੇ ਘਰ ਆਉਣਾ ਸੀ। ਇਸ ਲਈ ਉਸਨੇ ਸਾਰੇ ਰਾਜ ਭਵਨ ਦੀ ਸਫਾਈ ਕਰਾ ਦਿੱਤੀ। ਅੰਨ, ਘਿਓ, ਮਿੱਠੇ ਤੇ ਹੋਰ ਸਮੱਗਰੀਆਂ ਨੂੰ ਇਕੱਠਾ ਕੀਤਾ ਗਿਆ। ਸਤਿਗੁਰੂ ਦੀਆਂ ਉਡੀਕਾਂ ਹੋਣ ਲੱਗੀਆਂ। ਵਜ਼ੀਰਾਂ ਨੂੰ ਪਤਾ ਲੱਗਾ ਰਾਣੀ ਉਸ ਗੁਰੂ ਨੂੰ ਸੱਦ ਰਹੀ ਹੈ ਜਿਸ ਦੇ ਵਿਰੁੱਧ ਸਾਰੇ 22 ਧਾਰ ਦੇ ਰਾਜੇ ਹਨ। ਉਹਨਾਂ ਨੇ ਸਮਝਿਆ ਕਿ ਰਾਣੀ ਭੁੱਲ ਕਰ ਰਹੀ ਹੈ। ਰਾਣੀ ਨੂੰ ਨਹੀਂ ਸੀ ਚਾਹੀਦਾ ਕਿ ਉਹ ਐਸੇ ਪੁਰਖ ਨੂੰ ਰਿਆਸਤ ਵਿੱਚ ਵੜਨ ਦੇਵੇ। ਜੇ ਰਿਆਸਤ ਵਿੱਚ ਆ ਵੀ ਜਾਣ ਤਾਂ ਸਤਿਕਾਰ ਨਾ ਕਰੇ, ਨਹੀਂ ਤੇ ਰਾਜੇ ਸਾਰੇ ਵੈਰੀ ਬਣ ਜਾਣਗੇ। ਉਹ ਵੈਰੀ ਵੈਰ ਕਮਾਉਣਗੇ। ਛੋਟੀ ਰਿਆਸਤ ਹੈ, ਵੈਰੀ ਦਾ ਮੁਕਾਬਲਾ ਨਹੀਂ ਕਰ ਸਕੇਗੀ ਤੇ ਰਿਆਸਤ ਦਾ ਅੰਤ ਹੋ ਜਾਏਗਾ। ਉਹਨਾਂ ਨੇ ਜਾ ਕੇ ਰਾਣੀ ਨੂੰ ਵੀ ਆਖ ਦਿੱਤਾ, ਪਰ ਰਾਣੀ ਕਿੱਥੋਂ ਮੰਨੇ। ਉਹ ਸਤਿਗੁਰੂ ਜੀ ਦੇ ਚਰਨ ਪਰਸਨ ਨੂੰ ਤੜਫ ਰਹੀ ਸੀ। ਜਿਵੇਂ ਪਾਣੀ ਬਿਨਾਂ ਮੱਛੀ ਨਹੀਂ ਸੀ ਜਿਉਂਦੀ ਰਹਿ ਸਕਦੀ, ਤਿਵੇਂ ਰਾਣੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਬਿਨਾਂ ਨਹੀਂ ਸੀ ਜਿਉਂਦੀ ਰਹਿ ਸਕਦੀ। ਘਰ ਆਏ ਭਗਵਾਨ ਦੇ ਦਰਸ਼ਨ ਨਾ ਕੀਤੇ ਜਾਣ, ਉਹਨਾਂ ਦਾ ਸਵਾਗਤ ਨਾ ਕੀਤਾ ਜਾਵੇ, ਐਸਾ ਹਨੇਰ ਮੈਥੋਂ ਇਹ ਪਾਪ ਨਹੀਂ ਹੋ ਸਕਦਾ। ਮੈਂ ਤਾਂ ਸਤਿਗੁਰੂ ਜੀ ਨੂੰ ਜ਼ਰੂਰ ਕਰ ਸੱਦਾਂਗੀ। ਰਾਣੀ ਦਾ ਵਜ਼ੀਰ ਨੂੰ ਇਹ ਉੱਤਰ ਸੀ। ਪਰ ਉਹਨਾਂ ਨਾਲ ਤਾਂ ਸੈਨਾ ਹੈ, ਹਜ਼ਾਰਾਂ ਸ਼ਰਧਾਲੂ ਹਨ। ਇਹਨਾਂ ਨੂੰ ਕਿਵੇਂ ਭੋਜਨ ਛਕਾਇਆ ਜਾਏਗਾ। ਰਿਆਸਤ ਦੇ ਭੰਡਾਰੇ ਦਾ ਵਿਚਾਰ ਕਰਨਾ ਚਾਹੀਦਾ ਹੈ। ਵਜ਼ੀਰਾਂ ਦਾ ਇਹ ਬਹਾਨਾ ਸੀ। ਪ੍ਰਭੂ ਦੀ ਦਇਆ ਹੋਣੀ ਚਾਹੀਦੀ ਹੈ। ਕਿਸੇ ਗੱਲ ਦਾ ਘਾਟਾ ਨਹੀਂ। ਭੰਡਾਰੇ ਭਰੇ ਰਹਿਣਗੇ। ਤੋਸ਼ੇਖਾਨੇ ਵਿੱਚ ਕਿਸੇ ਦੀ ਕੋਈ ਚੀਜ਼ ਨਹੀਂ ਘਟੇਗੀ। ਘਾਬਰੋ ਨਾ। ਸਤਿਗੁਰੂ ਜੀ ਵਿਸ਼ਨੂੰ ਰੂਪ ਹਨ। ਆਪ ਪਾਰ ਬ੍ਰਹਮ ਅਵਤਾਰ ਧਾਰ ਕੇ ਆਏ ਹਨ। ਜਾਓ, ਸਾਰੇ ਪ੍ਰਬੰਧ ਕਰੋ। ਉਹ ਆਉਣਗੇ, ਜ਼ਰੂਰ ਆਉਣਗੇ। ਦੂਸਰੇ ਪਾਸੇ ਜਦੋਂ
ਨਾਹਣ ਤੋਂ ਸਤਿਗੁਰੂ ਜੀ ਚੱਲੇ ਤਾਂ ਉਹਨਾਂ ਨੂੰ ਅਨੁਭਵ ਹੋਇਆ ਕਿ ਕੋਈ ਆਤਮਾ ਉਹਨਾਂ ਨੂੰ ਯਾਦ ਕਰ ਰਹੀ ਹੈ। ਉਹਨਾਂ ਨੇ ਆਪ ਬਚਨ ਕਰ ਦਿੱਤਾ, ਰਾਏਪੁਰ ਪੁੱਜਣਾ ਹੋਵੇਗਾ। ਰਸਤੇ ਦਾ ਥੋੜਾ ਜਿਹਾ ਵਲਾ ਪਾ ਕੇ ਸਤਿਗੁਰੂ ਜੀ ਰਾਏਪੁਰ ਪੁੱਜੇ। ਸ਼ਹਿਰ ਦੇ ਬਾਹਰ ਡੇਰਾ ਕੀਤਾ ਗਿਆ, ਤੰਬੂ ਗੱਡੇ ਗਏ ਤੇ ਸਫਾਈਆਂ ਹੋ ਗਈਆਂ। ਰਾਏਪੁਰ ਦੇ ਲੋਕ ਦਰਸ਼ਨਾਂ ਨੂੰ ਧਾ ਕੇ ਪੈ ਗਏ। ਉਹਨਾਂ ਵਿੱਚੋਂ ਕਿਸੇ ਸਮਝਿਆ ਕੋਈ ਰਾਜਾ ਆਇਆ ਹੈ, ਕਿਸੇ ਨੇ ਸਮਝਿਆ ਕੋਈ ਨਵਾਬ ਆਇਆ ਹੈ, ਕਿਸੇ ਨੇ ਸਮਝਿਆ ਮਹਾਂਪੁਰਖ ਮਹਾਤਮਾ ਸੰਤ ਹਨ। ਜਿਹੜੇ ਜਾਣੂ ਸਨ ਉਹਨਾਂ ਨੇ ਕਿਹਾ ਆਨੰਦਪੁਰ ਵਾਲਾ ਗੁਰੂ ਹੈ, ਉਹ ਗੁਰੂ ਜੋ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਦਾਸੀਆਂ ਨੇ ਜਾ ਕੇ ਰਾਣੀ ਦੇ ਕੰਨਾਂ ਵਿੱਚ ਆਖਿਆ, ਉਹ ਆ ਗਏ ਜਿਨ੍ਹਾਂ ਦੀ ਤੂੰ ਉਡੀਕ ਕਰਦੀ ਸੀ। ਚੱਲ ਦਰਸ਼ਨ ਕਰ, ਉਹਨਾਂ ਨੂੰ ਅੰਨ ਜਲ ਘਿਓ ਮਿੱਠਾ ਚਾਹੀਦਾ ਹੈ। ਤੇਰੇ ਰਾਜ ਵਿੱਚ ਆਏ ਹਨ, ਤੂੰ ਰਾਣੀ ਹੈ, ਇਸ ਰਿਆਸਤ ਦੀ ਮਾਲਕ ਹੈ। ਆਪ ਭਗਵਾਨ ਤੇਰੇ ਘਰ ਪ੍ਰਾਹੁਣਾ ਬਣ ਕੇ ਆਇਆ ਹੈ। ਸੁਭਾਗੀਏ ਰਾਣੀਏ, ਉੱਠ, ਦੇਰ ਨਾ ਕਰ, ਦਰਸ਼ਨ ਕਰ ਤੇ ਨਿਹਾਲ ਹੋ। ਇਹੋ ਵੇਲਾ ਹੈ ਜਨਮ ਮਰਨ ਦੇ ਬੰਧਨ ਕੱਟਣ ਦਾ। ਮੈਂ ਵਾਰੀ ਮੈਂ ਘੋਲੀ, ਪ੍ਰਭੂ ਆ ਪੁੱਜੇ। ਕੁਬਜਾਂ ਦੇ ਘਰ ਸ਼੍ਰੀ ਕ੍ਰਿਸ਼ਨ ਜੀ, ਭੀਲਣੀ ਦੀ ਕੁਟੀਆ ਵਿੱਚ ਸ਼੍ਰੀ ਰਾਮਚੰਦਰ ਜੀ, ਆਪ ਭਗਵਾਨ ਆਏ। ਚਲੋ ਤਿਆਰੀ ਕਰੋ, ਕਿਸੇ ਗੱਲੋਂ ਗੁੱਸੇ ਨਾ ਹੋ ਜਾਣ। ਮੈਂ ਭਗਵਾਨ ਨੂੰ ਪ੍ਰਸੰਨ ਕਰਨਾ ਹੈ, ਵਿਸ਼ਨੂੰ ਰੂਪ ਵਿੱਚ ਦਰਸ਼ਨ ਕਰਨੇ ਹਨ। ਆਪ ਦੀਨ ਦੁਨੀ ਦੇ ਵਾਲੀ ਹਨ। ਮੈਂ ਵਾਰੀ ਉਹਨਾਂ ਰਾਹਾਂ ਤੋਂ ਜਿਨੀ ਰਾਹੀਂ ਆਏ ਹਨ। ਉਸੇ ਵੇਲੇ ਤਿਆਰੀ ਹੋਈ। ਚਾਂਦੀ ਦੇ ਥਾਲਾਂ ਵਿੱਚ ਉੱਤਮ ਵਸਤੂਆਂ ਰੱਖੀਆਂ ਗਈਆਂ। ਥਾਲ ਦਾਸੀਆਂ ਨੂੰ ਚੁਕਵਾਏ ਤੇ ਰਾਣੀ ਦਰਸ਼ਨ ਕਰਨ ਵਾਸਤੇ ਚੱਲ ਪਈ। ਪਾਲਕੀ ਵਿੱਚ ਨਹੀਂ ਬੈਠੀ, ਪੈਦਲ ਹੀ ਤੁਰ ਪਈ। ਪਰਜਾ ਨੇ ਦੇਖਿਆ ਉਹਨਾਂ ਦੀ ਪਿਆਰੀ ਧਰਮਣ ਰਾਣੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾ ਰਹੀ ਹੈ। ਸਾਰਿਆਂ ਨੇ ਸ਼ਰਧਾ ਨਾਲ ਸਿਰ ਝੁਕਾਏ। ਰਾਣੀ ਦੇ ਪਿੱਛੇ ਪਿੱਛੇ ਗੋਲੀਆਂ ਤੇ ਗੋਲੀਆਂ ਦੇ ਪਿੱਛੇ ਸ਼ਹਿਰ ਦੀਆਂ ਨਾਰੀਆਂ, ਨਾਲ ਬੱਚੇ ਵੀ ਸਭ ਆਏ ਸਨ। ਰਾਣੀ ਦੇ ਨਿਰਮਲ ਹਿਰਦੇ ਵਿੱਚ ਫੁਰਨਾ ਫੁਰਿਆ। ਮੈਂ ਸਤਿਗੁਰੂ ਜੀ ਦੇ ਦਰਸ਼ਨ ਵਿਸ਼ਨੂੰ ਰੂਪ ਵਿੱਚ ਕਰਨਾ ਚਾਹੁੰਦੀ ਹਾਂ। ਸਤਿਗੁਰੂ ਜੀ ਦਰਬਾਰ ਲਾਈ ਬੈਠੇ ਸਨ। ਚਿੱਤ ਪਾਰ ਬ੍ਰਹਮ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ। ਨੈਣ ਮੁੰਦੇ ਹੋਏ ਸਨ। ਜੋਗੀ ਰੂਪ ਹੋ ਕੇ ਅੰਮ੍ਰਿਤ ਰਸ ਦਾ ਆਨੰਦ ਲੈ ਰਹੇ ਸਨ। ਰਾਣੀ ਪਹੁੰਚੀ। ਉਸਨੇ ਦੇਖਿਆ ਉਸਦੇ ਨੈਣਾਂ ਨੂੰ ਝੋਲਾ ਪਿਆ। ਸੱਚਮੁੱਚ ਆਸਨ ਉੱਤੇ ਵਿਸ਼ਨੂੰ ਜੀ ਬੈਠੇ ਹੋਏ ਹਨ। ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਚਿੱਤ ਪ੍ਰਸੰਨ ਹੋ ਗਿਆ। ਪ੍ਰੇਮ ਤੇ ਸ਼ਰਧਾ ਦੇ ਨਾਲ ਸਿਰ ਝੁਕ ਗਿਆ। ਸਾਰੀਆਂ ਵਸਤੂਆਂ ਸਤਿਗੁਰੂ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਜਿਉਂ ਹੀ ਰਾਣੀ ਨੇ ਮੱਥਾ ਟੇਕਿਆ ਤਿਉਂ ਹੀ ਸਤਿਗੁਰੂ ਜੀ ਦੇ ਨੈਣ ਖੁੱਲ੍ਹ ਗਏ। ਸਾਹਿਬਾਂ ਨੇ ਕਿਹਾ, ਨਿਹਾਲ ਰਾਣੀ ਜੀ ਨਿਹਾਲ, ਰਾਣੀ ਜੀ ਨਿਹਾਲ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ। ਇਹ ਬਚਨ ਦਰਗਾਹੋਂ ਆਇਆ ਸੀ। ਰਾਣੀ ਨਿਹਾਲ ਹੋ ਗਈ। ਉਹਦੇ ਹਿਰਦੇ ਵਿੱਚ ਸ਼ਾਂਤੀ ਆ ਗਈ ਤੇ ਸਾਰੇ ਜਨਮ ਮਰਨ ਦੇ ਬੰਧਨ ਕੱਟੇ ਗਏ। ਉਸੇ ਵੇਲੇ ਉਹਦੀ ਜ਼ੁਬਾਨੋਂ ਨਿਕਲਿਆ, ਵਾਹਿਗੁਰੂ ਵਾਹਿਗੁਰੂ। ਫਿਰ ਰਾਣੀ ਦਾ ਸਿਰ ਝੁਕ ਗਿਆ। ਹੱਥ ਅੱਗੇ ਵਧਾ ਕੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ। ਗੁਰੂ ਜੀ ਦੀ ਚਰਨ ਧੂੜ ਨੈਣਾ ਉੱਤੇ ਲਾਈ। ਨੈਣਾ ਦੀ ਹਾਲਤ ਬਦਲ ਗਈ। ਉਹਨਾਂ ਨੈਣਾ ਵਿੱਚ ਪਿਆਰ, ਹਮਦਰਦੀ ਤੇ ਏਕਤਾ ਦੀ ਰੌਸ਼ਨੀ ਆ ਗਈ। ਸਾਰਾ ਜਗਤ, ਸਾਰੇ ਬੰਦੇ ਚੰਗੇ ਦਿਸਣ ਲੱਗੇ। ਵੈਰੀ ਕੋਈ ਨਹੀਂ ਰਿਹਾ। ਸਾਰੇ ਆਪਣੇ ਵੀਰ ਪ੍ਰਤੀਤ ਹੋਣ ਲੱਗੇ। ਆਤਮਾ ਵਾਹਿਗੁਰੂ ਦਾ ਜਾਪ ਕਰਨ ਲੱਗੀ। ਰਾਜ ਭਵਨ ਵਿੱਚ ਚੱਲੋ ਤੇ ਪ੍ਰਸ਼ਾਦ ਛਕੋ। ਇਹ ਮੇਰੀ ਦੂਸਰੀ ਇੱਛਾ ਹੈ, ਰਾਜ ਭਵਨ ਪਵਿੱਤਰ ਹੋ ਜਾਏ। ਰਾਣੀ ਨੇ ਹੱਥ ਜੋੜ ਕੇ ਗੁਰੂ ਜੀ ਦੇ ਸਨਮੁਖ ਬੇਨਤੀ ਕੀਤੀ। ਰਾਣੀ ਜੀ, ਤੁਸਾਂ ਦੀ ਇਹ ਬੇਨਤੀ ਵੀ ਪ੍ਰਵਾਨ ਹੋਈ। ਪ੍ਰਸ਼ਾਦ ਤਿਆਰ ਕਰਵਾਓ, ਗੁਰੂ ਸੰਗਤ ਛਕੇਗੀ। ਤੁਸਾਂ ਦਾ ਪਿਆਰ ਪ੍ਰਵਾਨ ਹੋਇਆ। ਅਕਾਲ ਪੁਰਖ ਤੁਸਾਂ ਉੱਤੇ ਮਿਹਰ ਕੀਤੀ। ਰਾਣੀ ਨਿਹਾਲ ਹੋਈ। ਸਤਿਗੁਰੂ ਜੀ ਨੇ ਰਾਜ ਭਵਨ ਵਿੱਚ ਜਾ ਕੇ ਪ੍ਰਸ਼ਾਦ ਛਕਣ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ। ਸਾਰੀ ਸੰਗਤ ਸਮੇਤ ਸਤਿਗੁਰੂ ਜੀ ਰਾਜ ਭਵਨ ਵਿੱਚ ਪੁੱਜੇ। ਪ੍ਰਸ਼ਾਦ ਛਕਿਆ।
ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਭੋਜਨ ਬਹੁਤ ਚੰਗਾ ਸਵਾਦੀ ਸੀ। ਸਾਰੀ ਸੰਗਤ ਪ੍ਰਸ਼ਾਦ ਛਕ ਕੇ ਪ੍ਰਸੰਨ ਹੋਈ। ਅਰਦਾਸ ਕੀਤੀ ਗਈ। ਅਰਦਾਸ ਵਿੱਚ ਇਹੋ ਬੇਨਤੀ ਸੀ, ਰਾਣੀ ਨੂੰ ਨਾਮਦਾਨ ਪ੍ਰਾਪਤ ਹੋਵੇ, ਪ੍ਰਭੂ ਚਰਨਾਂ ਦੀ ਪ੍ਰੀਤੀ ਸਦੀਵ ਕਾਲ ਵਾਸਤੇ ਰਹੇ। ਮੈਂ ਹਮੇਸ਼ਾ ਹੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹਾਂ। ਰਾਣੀ ਨੇ ਉਸ ਸਮੇਂ ਬੇਨਤੀ ਕੀਤੀ ਜਦੋਂ ਸਾਹਿਬਾਂ ਨੇ ਰਾਏਪੁਰ ਤੋਂ ਤੁਰਨ ਦੀ ਇੱਛਾ ਪ੍ਰਗਟ ਕੀਤੀ। ਇਹ ਲੋ ਪੋਥੀ, ਇਸ ਪੋਥੀ ਦੇ ਦਰਸ਼ਨ ਜਦੋਂ ਕਰੋ ਤਦੋਂ ਤੁਸਾਂ ਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਸਤਿਗੁਰੂ ਜੀ ਨੇ ਬਚਨ ਕੀਤਾ ਤੇ ਨਾਲ ਹੀ ਗੁਰਬਾਣੀ ਦੇ ਸ਼ਬਦਾਂ ਦੀ ਇੱਕ ਪੋਥੀ ਬਖਸ਼ੀ। ਉਸ ਪੋਥੀ ਨੂੰ ਪ੍ਰਾਪਤ ਕਰਕੇ ਰਾਣੀ ਨਿਹਾਲ ਹੋ ਗਈ। ਉਸਨੇ ਜੇਵਰ, ਨਗਦ ਰੁਪਈਆ ਤੇ ਉੱਤਮ ਵਸਤੂਆਂ ਸਤਿਗੁਰੂ ਜੀ ਦੀ ਭੇਟਾ ਕੀਤੀਆਂ। 2 ਦਿਨ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਏਪੁਰ ਦੀ ਰਾਣੀ ਕੋਲ ਅਟਕੇ ਤੇ ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਸਾਧ ਸੰਗਤ ਜੀ, ਜਦੋਂ ਆਪਾਂ ਚੰਡੀਗੜ੍ਹ ਤੋਂ ਨਾਹਣ ਨੂੰ ਜਾਂਦੇ ਹਾਂ ਤਾਂ ਰਸਤੇ ਵਿੱਚ ਰਾਏਪੁਰ ਰਾਣੀ ਦਾ ਗੁਰਦੁਆਰਾ ਆਉਂਦਾ ਹੈ, ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਦਾਸ ਵੀ ਰਾਏਪੁਰ ਰਾਣੀ ਜਾ ਕੇ ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰ ਚੁੱਕਿਆ ਹੈ। ਸੰਗਤਾਂ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਰਾਏਪੁਰ ਰਾਣੀ ਦੇ ਕਿਲੇ ਵਿੱਚ ਇੱਕ ਛੋਟਾ ਜਿਹਾ ਸਥਾਨ ਬਣਾਇਆ ਹੈ, ਜਿੱਥੇ ਗੁਰੂ ਜੀ ਨੇ ਬੈਠ ਕੇ ਪ੍ਰਸ਼ਾਦਾ ਛਕਿਆ ਸੀ। ਅੱਜ ਵੀ ਉਹ ਜਗ੍ਹਾ ਉੱਥੇ ਸੁਸ਼ੋਭਿਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।